ਇਹਨਾਂ ਦੇ ਘਰੋਂ ਹੀ 2016 ਦੇ ਵਿੱਚ ਸਤਿਕਾਰ ਕਮੇਟੀ ਵੱਲੋਂ ਸਰੂਪ ਜੋ ਉਠਾਇਆ ਗਿਆ ਸੀ, ਅੱਜ ਇਹਨਾਂ ਦੇ ਘਰ ਦੇ ਵਿੱਚ ਦੁਬਾਰਾ ਉਹ ਸਰੂਪ ਬਿਰਾਜਮਾਨ ਹੋ ਚੁੱਕਾ। ਜਿਹੜਾ ਮਹਾਰਾਜ ਦਾ ਸਰੂਪ ਹੈ ਇਹ ਸਿਆਲਕੇ ਪਿੰਡ ਵਿੱਚ ਮੌਜੂਦ ਹੈਗਾ, ਤੁਸੀਂ ਉੱਥੇ ਆਣ ਕੇ ਦਰਸ਼ਨ ਕਰ ਲਓ। ਕਿ ਜਦੋਂ ਅਸੀਂ ਜਾਣ ਕੇ ਦੇਖਿਆ ਤਾਂ ਪਰਿਵਾਰ ਨੇ ਸ਼ਨਾਖਤ ਕੀਤੀ ਵੀ ਇਹ ਉਹੀ ਸਰੂਪ ਹੈ। ਉਹ ਸਰੂਪ ਫਿਰ ਅਸੀਂ ਉੱਥੋਂ ਲੈ ਕੇ ਆਏ ਹਾਂ ਤੇ ਉਸ ਵੇਲੇ ਉੱਥੇ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉੱਥੇ ਪ੍ਰਚਾਰਕ ਭਾਈ ਜਗਦੇਵ ਸਿੰਘ ਜੀ ਨੂੰ ਭੇਜਿਆ ਗਿਆ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਜੋ ਗੁਰਮਰਿਆਦਾ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਇਸ ਰੂਪ ਨੂੰ ਅਸੀਂ ਘਰ ਲੈ ਕੇ ਆਏ, ਜੋ ਪੁਰਾਤਨ ਇਤਿਹਾਸਕ ਦਸਤਾਵੇਜ਼ ਔਰ ਹੱਥ ਲਿਖਤ ਹੈ। ਤੇ ਅਸੀਂ ਇਹੀ ਚਾਹਾਂਗੇ ਫੈਡਰੇਸ਼ਨ ਦੇ ਪੈਨਲ ਤੋਂ ਵੀ ਜਿੱਥੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਉਹ ਕਿਸੇ ਕੋਲੋਂ ਵੀ ਨਾ ਚੱਕੇ ਜਾਣ। ਪਿਛਲੇ ਦਿਨੀ ਜਲੰਧਰ ਤੋਂ ਇੱਕ ਸਿੱਖ ਪਰਿਵਾਰ ਸਾਹਮਣੇ ਆਇਆ ਸੀ, ਜਿਨ੍ਹਾਂ ਦੇ ਬਜ਼ੁਰਗ 1947 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੱਥ ਲਿਖਤ ਸਰੂਪ 1947 ਦੀ ਵੰਡ ਵੇਲੇ ਜਾਨ ਜੋਖਿਮ ਦੇ ਵਿੱਚ ਪਾ ਕੇ ਲੈ ਕੇ ਆਏ ਸੀ। ਪਰ ਅਚਾਨਕ 2016 ਦੇ ਵਿੱਚ ਸਤਿਕਾਰ ਕਮੇਟੀ ਵਾਲੇ ਆਉਂਦੇ ਨੇ ਅਤੇ ਇਹਨਾਂ ਦੇ ਘਰੋਂ ਉਹ ਸਰੂਪ ਉਠਾ ਕੇ ਲੈ ਜਾਂਦੇ ਨੇ, ਜਿਸ ਤੋਂ ਬਾਅਦ ਇਸ ਪਰਿਵਾਰ ਵੱਲੋਂ ਆਵਾਜ਼ ਉਠਾਈ ਗਈ, ਮੀਡੀਆ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਅਤੇ ਅੱਜ ਸਤਿਕਾਰ ਕਮੇਟੀ ਵੱਲੋਂ ਉਹ ਪੁਰਾਤਨ ਜਿਹੜਾ ਸਰੂਪ ਹੈ ਉਹ ਇਸ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ, ਹਰਸਿਮਰਨਵੀਰ ਸਿੰਘ ਇਹਨਾਂ ਦੇ ਪਰਿਵਾਰਕ ਮੈਂਬਰ ਨੇ। ਇਹਨਾਂ ਦੇ ਘਰੋਂ ਹੀ 2016 ਦੇ ਵਿੱਚ ਸਤਿਕਾਰ ਕਮੇਟੀ ਵੱਲੋਂ ਸਰੂਪ ਜੋ ਉਠਾਇਆ ਗਿਆ ਸੀ, ਅੱਜ ਇਹਨਾਂ ਦੇ ਘਰ ਦੇ ਵਿੱਚ ਦੁਬਾਰਾ ਉਹ ਸਰੂਪ ਬਿਰਾਜਮਾਨ ਹੋ ਚੁੱਕਾ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਸਾਰੀ ਸਾਧ ਸੰਗਤ ਦਾ ਧੰਨਵਾਦ, ਜਿੰਨੇ ਵੀ ਵੀਰ ਲੱਗੇ ਸਾਰੇ ਉਹਨਾਂ ਦਾ ਧੰਨਵਾਦ। ਗੁਰੂ ਮਹਾਰਾਜ ਦੀ ਕਿਰਪਾ ਹੋਈ ਜੀ, ਉਹ ਇਹਨਾਂ ਦੇ ਸਹਿਯੋਗ ਨਾਲ ਅੱਜ ਇਹ ਕਾਰਜ ਸਫਲ ਹੋਇਆ ਜੀ। 4 ਸਾਲ ਬਾਅਦ ਇਹ ਸਰੂਪ ਦੁਬਾਰਾ ਤੁਹਾਡੇ ਘਰ ਦੇ ਵਿੱਚ ਬਿਰਾਜਮਾਨ ਹੋਇਆ। ਕਿਸ ਤਰੀਕੇ ਦੇ ਨਾਲ ਸਤਿਕਾਰ ਕਮੇਟੀ ਦੇ ਨਾਲ ਤੁਹਾਡਾ ਰਾਬਤਾ ਹੋਇਆ? ਕਿਹੜੀਆਂ ਸ਼ਰਤਾਂ ਦੇ ਨਾਲ ਹੁਣ ਤੁਹਾਨੂੰ ਇਹ ਸਰੂਪ ਜਿਹੜਾ ਦੁਬਾਰਾ ਵਾਪਸ ਕਰ ਦਿੱਤਾ ਗਿਆ? ਅਸੀਂ ਜਦੋਂ ਉੱਥੇ ਪਹਿਲਾਂ ਤਾਂ ਮੀਡੀਆ ਖਬਰਾਂ ਤੋਂ ਬਾਅਦ ਸਾਡੇ ਨਾਲ ਕੰਟੈਕਟ ਹੈ ਖੋਸਾ ਜੀ ਦਾ, ਤੇ ਉਹਨਾਂ ਨੇ ਪਹਿਲਾਂ ਸਾਡੇ ਘਰ ਆਏ ਉੱਧਰ ਹੈਪੀ ਭਾਈ ਦੇ ਘਰ, ਤੇ ਉਹਨਾਂ ਨੇ ਆ ਕੇ ਗੱਲ ਕੀਤੀ ਕਿ ਸਰੂਪ ਇੱਕ ਪੁਰਾਤਨ ਮੌਜੂਦ ਹੈ ਤੇ ਆ ਕੇ ਤੁਸੀਂ ਸ਼ਨਾਖਤ ਕਰ ਲਓ। ਅਸੀਂ ਅੱਜ ਉੱਥੇ ਗਏ ਤੇ ਅਸੀਂ ਦੱਸਿਆ, ਜਿੱਦਾਂ ਅਸੀਂ ਫੋਟੋਆਂ ਦਿਖਾਈਆਂ ਸੀ ਵਾਇਰਲ ਕੀਤੀਆਂ ਸੀਗੀਆਂ, ਸੇਮ ਉਹੀ ਸਰੂਪ ਉੱਥੇ ਮੌਜੂਦ ਸਨ। ਤੇ ਉਹ ਅਸੀਂ ਜੋ ਸ਼ਨਾਖਤ ਕੀਤੀ ਤਾਂ ਉਸ ਤੋਂ ਬਾਅਦ ਸਤਿਕਾਰ ਕਮੇਟੀ ਨਾਲ ਅਸੀਂ ਬਹਿ ਕੇ ਸਲਾਹ ਗੱਲਬਾਤ ਕੀਤੀ, ਜੋ ਪੁਰਾਣੇ ਸ਼ੰਕੇ ਅਸੀਂ ਦੂਰ ਕੀਤੇ, ਜੋ ਆਪਣੀਆਂ ਸਾਰੀਆਂ ਸ਼ਿਕਾਇਤਾਂ ਸਾਡੀ ਦੂਰ ਹੋ ਕੇ ਸਾਨੂੰ ਸਰੂਪ ਪਾਸੇ ਵਾਪਸ ਮਿਲ ਗਏ ਸਾਨੂੰ। ਹੁਣ ਕੋਈ ਉੱਥੇ ਲਿਖਤੀਨਾਮਾ ਤੁਹਾਡੇ ਕੋਲ ਲਿਖਾਇਆ ਗਿਆ ਕਿ ਕਿਹੜੇ ਜਿਹੜੀ ਰਹਿਤ ਮਰਿਆਦਾ ਉਹ ਕਿਸ ਤਰੀਕੇ ਦੇ ਨਾਲ ਰੱਖੀ ਜਾਵੇਗੀ ਇੱਥੇ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਬਸ ਇਹੀ ਆਪਾਂ ਲਿਖਤੀਨਾਮਾ ਸਾਡਾ ਹੋਇਆ ਕਿ ਸਾਨੂੰ ਜੋ ਸਰੂਪ 1 ਅਕਤੂਬਰ 2016 ਨੂੰ ਲੈ ਕੇ ਗਏ ਸਨ ਉਹ ਵਾਪਸ ਕਰ ਦਿੱਤੇ ਗਏ ਨੇ, ਅਸੀਂ ਪ੍ਰਾਪਤ ਕਰ ਲਏ ਨੇ। ਬਸ ਇਹ ਸਾਡਾ ਲਿਖਤੀਨਾਮਾ ਹੋਇਆ ਉੱਥੇ। ਹੁਣ ਤੁਸੀਂ ਕਿਹੜੀ ਜਗ੍ਹਾ ਤੋਂ ਇਹ ਸਰੂਪ ਕਿਹੜੀ ਜਗ੍ਹਾ ਤੇ ਬਿਰਾਜਮਾਨ ਸੀ ਜਿੱਥੋਂ ਤੁਸੀਂ ਲੈ ਕੇ ਆਏ ਹੋ? ਇਹ ਸਿਆਲਕਾ ਪਿੰਡ ਜੀ, ਉੱਥੇ ਕੋਈ ਉਹਨਾਂ ਦਾ ਪਿੰਡ ਦਾ ਗੁਰਦੁਆਰਾ ਸੀ, ਉੱਥੇ ਬਿਰਾਜਮਾਨ ਸਨ। ਉੱਥੇ ਕਿਸ ਤਰੀਕੇ ਦੇ ਨਾਲ ਇਹ ਸਰੂਪ ਪੁੱਜਾ? ਸਤਿਕਾਰ ਕਮੇਟੀ ਵੱਲੋਂ ਰਖਵਾਇਆ ਗਿਆ ਸੀ ਉੱਥੇ? ਹਾਂਜੀ, ਸਤਿਕਾਰ ਕਮੇਟੀ ਤੋਂ ਇਹ ਸਾਨੂੰ ਇੰਨਾ ਨਹੀਂ ਪਤਾ, ਇਹ ਅੱਗੇ ਤੋਂ ਅੱਗੇ ਇਹਦਾ ਜਾਂਦਾ ਰਿਹਾ ਅੱਗੇ। ਹੁਣ ਜਦੋਂ ਤੁਸੀਂ ਉੱਥੇ ਗਏ ਹੋ, ਉੱਥੇ ਕਿਸ ਤਰੀਕੇ ਦਾ ਮਾਹੌਲ ਸੀ? ਐਸਜੀਪੀਸੀ ਦੇ ਮੈਂਬਰ ਵੀ ਕੋਈ ਮੌਜੂਦ ਸੀ ਉੱਥੇ ਕਿ ਜਾਂ ਸਤਿਕਾਰ ਕਮੇਟੀ ਵਾਲੇ ਹੀ ਮੌਜੂਦ ਸੀ ਉੱਥੇ ਇਕੱਲੇ? ਸਤਿਕਾਰ ਕਮੇਟੀ ਦੇ ਉੱਥੇ ਮੈਂਬਰ ਸਨ ਜ਼ਿਆਦਾਤਰ, ਤੇ ਬਸ ਇਹੀ ਜ਼ਿਆਦਾ ਮੈਂਬਰ ਸਨ ਜ਼ਿਆਦਾ ਸਨ, ਬਾਕੀ ਲੋਕ ਜੋ ਪਿੰਡ ਦੇ ਲੋਕ ਸਨ। ਪਰਿਵਾਰਕ ਮੈਂਬਰ ਮੌਜੂਦ ਨੇ ਹੋਰ ਵੀ। ਮਾਤਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ, ਤੁਹਾਡੇ ਘਰ 4 ਸਾਲ ਬਾਅਦ ਸਰੂਪ ਬਿਰਾਜਮਾਨ ਹੋਇਆ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਮਹਾਰਾਜ ਦਾ ਸਰੂਪ ਸਾਡੇ ਘਰ ਆ ਗਿਆ, ਬੜੀ ਖੁਸ਼ ਹਾਂ ਅਸੀਂ। 2016 ਦੇ ਵਿੱਚ ਸਤਿਕਾਰ ਕਮੇਟੀ ਵੱਲੋਂ ਇਹ ਕਹਿ ਕੇ ਸਰੂਪ ਉਠਾ ਲਿਆ ਗਿਆ ਸੀ ਕਿ ਰਹਿਤ ਮਰਿਆਦਾ ਨਹੀਂ ਹੋ ਰਹੀ। ਹੁਣ ਕਿਸ ਤਰੀਕੇ ਦੇ ਨਾਲ ਇਹ ਸਰੂਪ ਤੁਹਾਡੇ ਵੱਲੋਂ ਰੱਖਿਆ ਗਿਆ? ਕਿਸ ਤਰੀਕੇ ਦੇ ਨਾਲ ਰਹਿਤ ਮਰਿਆਦਾ ਰੱਖੀ ਜਾਵੇਗੀ? ਨਹੀਂ, ਪੂਰੀ ਤਰ੍ਹਾਂ ਰਹਿਤ ਮਰਿਆਦਾ ਵਿੱਚ ਰੱਖਿਆ ਗਿਆ ਹੈਗਾ। ਉਹ ਆਪ ਵੀ ਦੇਖ ਕੇ ਗਏ ਇੱਥੇ ਆ ਕੇ ਤੇ ਦੇਖਿਆ ਉਹਨਾਂ ਸਾਰਾ ਕੁਝ ਠੀਕ ਠਾਕ ਹੈ, ਤੇ ਬਾਕੀ ਠੀਕ ਠਾਕ ਹੋਣ ਕਰ ਉਹਨਾਂ ਨੂੰ ਇੱਕ ਮਕਾਨ ਕਮਰੇ ਦਾ ਹੀ ਸੀ, ਉਹ ਸਭ ਠੀਕ ਹੋ ਗਿਆ ਸੀ, ਉਹ ਪਾਸ ਕਰ ਗਏ ਤੇ ਫਿਰ ਆਇਆ। ਜਿਸ ਤਰੀਕੇ ਨਾਲ 1947 ਦੇ ਵਿੱਚ ਤੁਹਾਡੇ ਬਜ਼ੁਰਗ ਇਹ ਸਰੂਪ ਲੈ ਕੇ ਆਏ ਸੀ, ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹਦੀ ਰਹਿਤ ਮਰਿਆਦਾ ਰੱਖੀ ਗਈ? ਕਿਸ ਤਰੀਕੇ ਦੇ ਨਾਲ ਉਸ ਸਮੇਂ ਹਾਲਾਤ ਕੀ ਸੀ? ਮਤਲਬ ਅਸੀਂ ਜਦੋਂ ਇੱਥੇ ਲੈ ਕੇ ਆਏ ਹਾਂ, ਮਕਾਨ ਬਿਲਕੁਲ ਕੱਚਾ ਸੀ, ਬਾਲਿਆਂ ਵਾਲੀ ਛੱਤਾਂ ਸੀਗੀਆਂ, ਸਭ ਕੁਝ ਵੀ ਉਹਦੇ ਵਿੱਚ ਅਸੀਂ ਵੀ ਰਹਿੰਦੇ ਸੀ ਉੱਥੇ। ਮਹਾਰਾਜ ਦਾ ਸਰੂਪ ਵੀ ਉੱਥੇ ਰੱਖਿਆ ਗਿਆ ਸੀਗਾ। ਪਰ ਬਾਅਦ ਦੇ ਵਿੱਚ ਜਦੋਂ ਅਸੀਂ ਮਕਾਨ ਬਣਾਉਣ ਲੱਗੇ ਹਾਂ, ਉਸ ਰਾਤ ਵੀ ਅਸੀਂ ਜਿਹੜੀ ਹੈ ਉਸ ਘਰ ਦੇ ਵਿੱਚ ਅੰਦਰ ਸੁੱਤੇ ਸੀ। ਮਕਾਨ 'ਚ ਕੋਈ ਤਰੇੜ ਨਹੀਂ ਸੀ। ਜਿਉਂ ਹੀ ਅਸੀਂ ਸਮਾਨ ਕੱਢ ਕੇ ਮਹਾਰਾਜ ਦਾ ਸਰੂਪ ਬਾਹਰ ਲੈ ਕੇ ਗਏ ਹਾਂ ਤੇ ਇੱਕੋ ਦਮ ਸਾਡਾ ਸਾਰਾ ਘਰ ਤਰੇੜੋ ਤਰੇੜ ਹੋ ਗਿਆ।
ਤੇ ਬਸ ਮਹਾਰਾਜ ਦੀ ਕਿਰਪਾ ਹੀ ਸੀ ਕਿ ਅਸੀਂ ਉਹੋ ਜਿਹੇ ਘਰ ਵਿੱਚ ਰਹਿ ਰਹੇ ਸੀ। ਇਹ ਸਰੂਪ ਹੱਥ ਲਿਖਤ ਸਰੂਪ ਹੈ, ਇਹਦੇ ਸੋਨੇ ਦੀ ਸਿਆਹੀ ਦੇ ਨਾਲ ਵੀ ਕੁਝ ਅੰਗ ਲਿਖੇ ਗਏ ਨੇ। ਕਿੰਨੇ ਅੰਗ ਨੇ ਜਿਹੜੇ ਸੋਨੇ ਦੀ ਸਿਆਹੀ ਦੇ ਨਾਲ ਲਿਖੇ ਹੋਏ ਨੇ ਇਸ ਸਰੂਪ 'ਚ? ਸਿਰਫ 2 ਅੰਗ ਹੈ ਜੀ ਜਿਹੜੀ ਸੋਨੇ ਦੀ ਸਿਆਹੀ ਦੇ ਨਾਲ ਲਿਖੇ ਗਏ ਨੇ। ਕਿੰਨਾ ਪੁਰਾਣਾ ਸਰੂਪ ਹੈ ਇਹ? ਦੇਖੋ ਜੀ, ਇਹ ਤਾਂ ਕਿਹਾ ਨਹੀਂ ਜਾਂਦਾ ਕਿ ਪਾਕਿਸਤਾਨ ਦੇ ਵਿੱਚੋਂ ਲਿਆਂਦਾ ਗਿਆ, ਅਸੀਂ ਉਕਾੜਾ ਦੇ ਰਹਿਣ ਵਾਲੇ ਸੀ, ਉੱਥੋਂ ਤੋਂ ਲਿਆਂਦਾ ਗਿਆ। ਕਮਲ ਚਰਨਜੀਤ ਜੀ, ਕਮਲ ਚਰਨਜੀਤ ਵੀ ਸਾਡੇ ਨਾਲ ਮੌਜੂਦ ਨੇ। ਜਦੋਂ ਇਹ ਸਰੂਪ ਉਠਾ ਕੇ ਲੈ ਕੇ ਗਏ ਸੀ, ਇੱਕ ਇਕਰਾਰਨਾਮਾ ਵੀ ਤੁਹਾਡੇ ਨਾਲ ਉਹਨਾਂ ਵੱਲੋਂ ਕੀਤਾ ਗਿਆ ਸੀ 15 ਦਿਨਾਂ ਦਾ। ਉਸ ਮੁੱਦੇ ਤੇ ਵੀ ਕੋਈ ਗੱਲਬਾਤ ਹੋਈ? ਉਸ ਇਕਰਾਰਨਾਮੇ ਦੇ ਵਿੱਚ ਵੀ ਕੁਝ ਸ਼ਰਤਾਂ ਰੱਖੀਆਂ ਗਈਆਂ ਸੀ, ਹੁਣ ਉਹ ਸ਼ਰਤਾਂ ਪੂਰੀਆਂ ਹੋ ਗਈਆਂ ਨੇ? ਇਹ ਸ਼ਰਤਾਂ ਨਹੀਂ ਸੀ, ਸਿਰਫ ਜਿਹੜੀਆਂ ਕੁਛ ਅਵਗਿਆ ਹੋਈ ਸੀ ਉਹਦਾ ਸ਼ੋਅ ਕੀਤਾ ਉਹਨਾਂ ਨੇ, ਸਿਰਫ ਫੋਟੋ ਲੱਗੀ ਸੀ, ਉਹਨਾਂ ਲਾਤੀ, ਕੋਈ ਗੱਲ ਨਹੀਂ। ਉਹ ਮੈਨੂੰ ਜੀ ਗੱਲਾਂ ਸੀ, ਠੀਕ ਨਹੀਂ, ਇਹਨਾਂ ਨੂੰ ਮੁੱਦਾ ਬਣਾਤਾ ਗਿਆ, ਕੋਈ ਵੱਡੀ ਗੱਲ ਨਹੀਂ ਸੀ ਹੋਈ। ਤੁਹਾਡੇ ਚਾਚਾ ਜੀ ਨੂੰ ਵੀ ਕਾਫੀ ਇਸ ਚੀਜ਼ ਦਾ ਧੱਕਾ ਲੱਗਾ ਸੀ ਜਿਸ ਸਮੇਂ ਉਹ ਲੈ ਕੇ ਗਏ ਸੀ। ਉਹਨਾਂ ਵੱਲੋਂ ਪੱਗ ਵੀ ਤੁਸੀਂ ਦੱਸਿਆ ਸੀ ਕਿ ਰੱਖ ਦਿੱਤੀ ਗਈ ਸੀ ਸਤਿਕਾਰ ਕਮੇਟੀ ਅੱਗੇ ਕਿ ਇਹ ਸਰੂਪ ਨਾ ਉਠਾ ਕੇ ਲਿਆ ਜਾਵੇ। ਹੁਣ ਖੁਸ਼ੀ ਹੈ ਮਾਹੌਲ ਪਰਿਵਾਰ ਦੇ ਵਿੱਚ? ਖੁਸ਼ੀ ਪੂਰੀ, ਉਹਨਾਂ ਦੀ ਆਤਮਾ ਨੂੰ ਬਿਲਕੁਲ ਸ਼ਾਂਤੀ ਮਿਲੂਗੀ। ਹੁਣ ਤੇ 3 ਸਾਲ ਹੁਣ ਪਹਿਲਾਂ ਸੰਤਾਪ ਹੋ ਗਿਆ ਸੀ, ਠੀਕ ਨਹੀਂ, ਐਂਡ ਵਿੱਚ ਜਾਣ ਤੋਂ ਪਹਿਲਾਂ 10 ਦਿਨ ਪਹਿਲਾਂ ਆਏ, ਹੈਪੀ ਮੇਰੀ ਨਿਸ਼ਾਨੀ ਸੀ, ਤੇਰੀ ਫਰਜ਼ ਮੈਂ ਤੂੰ ਲੈ ਕੇ ਆਈ, ਠੀਕ ਨਹੀਂ, ਪਰ ਮੇਰੀ ਅੱਜ ਬਿਲਕੁਲ ਬੋਝ ਲੱਥ ਗਿਆ। ਹੁਣ ਤਾਂ ਚੀਜ਼ ਉਹਨਾਂ ਦੇ ਘਰ ਆ ਗਈ। ਹੁਣ ਐਸਜੀਪੀਸੀ ਵੱਲੋਂ ਕੋਈ ਗੱਲਬਾਤ ਕੀਤੀ ਗਈ? ਅਕਾਲ ਤਖਤ ਸਾਹਿਬ ਵੱਲੋਂ ਕੁਝ ਕਿਹਾ ਗਿਆ? ਕੋਈ ਗੱਲ ਨਹੀਂ ਕੀਤੀ। ਇਸ ਮਾਮਲੇ ਦੇ ਵਿੱਚ ਜੋ ਉਠਾਇਆ ਗਿਆ ਸੀ ਮਾਮਲਾ, ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਸਾਡੇ ਨਾਲ ਨੇ। ਇਹਨਾਂ ਵੱਲੋਂ ਇਹ ਮੁੱਦਾ ਕਾਫੀ ਉੱਚੀ ਆਵਾਜ਼ ਦੇ ਨਾਲ ਉਠਾਇਆ ਗਿਆ ਅਤੇ ਇਹ ਵੀ ਅੱਜ ਜਦੋਂ ਸਤਿਕਾਰ ਕਮੇਟੀ ਕੋਲ ਸਰੂਪ ਲੈਣ ਗਏ ਸੀ, ਇਹ ਵੀ ਉੱਥੇ ਨਾਲ ਮੌਜੂਦ ਸੀ। ਢਿੰਗਰਾ ਸਾਹਿਬ, ਕਿਸ ਤਰੀਕੇ ਦਾ ਮਾਹੌਲ ਸੀ ਅੱਜ ਜਦੋਂ ਤੁਸੀਂ ਸਤਿਕਾਰ ਕਮੇਟੀ ਤੋਂ ਸਰੂਪ ਲੈਣ ਗਏ ਸੀ? ਜਦੋਂ ਉੱਥੇ ਗਏ ਆ, ਉੱਥੇ ਸਤਿਕਾਰ ਕਮੇਟੀ ਦੇ ਬਹੁਤ ਸਿੰਘ ਮੌਜੂਦ ਸੀ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਸੁਖਜੀਤ ਸਿੰਘ ਖੋਸੇ, ਜੋ ਭਾਈ ਬਲਬੀਰ ਸਿੰਘ ਮੁੱਛਲ ਦੇ ਬਿਹਾਫ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ। ਤੇ ਉਹ ਇੱਥੇ ਆਏ, ਆਣ ਕੇ ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡਾ ਜਿਹੜਾ ਮਹਾਰਾਜ ਦਾ ਸਰੂਪ ਹੈ ਇਹ ਸਿਆਲਕੇ ਪਿੰਡ ਵਿੱਚ ਮੌਜੂਦ ਹੈਗਾ, ਤੇ ਤੁਸੀਂ ਉੱਥੇ ਆਣ ਕੇ ਦਰਸ਼ਨ ਕਰ ਲਓ। ਤੇ ਜਦੋਂ ਅਸੀਂ ਜਾਣ ਕੇ ਦੇਖਿਆ ਤੇ ਪਰਿਵਾਰ ਨੇ ਸ਼ਨਾਖਤ ਕੀਤੀ ਵੀ ਇਹ ਉਹੀ ਸਰੂਪ ਹੈ। ਉਹ ਸਰੂਪ ਫਿਰ ਅਸੀਂ ਉੱਥੋਂ ਲੈ ਕੇ ਆਏ ਹਾਂ। ਤੇ ਉਸ ਵੇਲੇ ਉੱਥੇ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉੱਥੇ ਪ੍ਰਚਾਰਕ ਭਾਈ ਜਗਦੇਵ ਸਿੰਘ ਜੀ ਨੂੰ ਭੇਜਿਆ ਗਿਆ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਜੋ ਗੁਰਮਰਿਆਦਾ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਇਸ ਸਰੂਪ ਨੂੰ ਅਸੀਂ ਘਰੇ ਲੈ ਕੇ ਆਏ, ਜੋ ਪੁਰਾਤਨ ਇਤਿਹਾਸਕ ਦਸਤਾਵੇਜ਼ ਔਰ ਹੱਥ ਲਿਖਤ ਹੈ। ਬਲਬੀਰ ਸਿੰਘ ਮੁੱਛਲ ਹੋਣਾ ਵੱਲੋਂ ਕੁਝ ਇਹ ਵੀ ਗੱਲਾਂ ਕਹੀਆਂ ਗਈਆਂ ਕਿ ਇਸ ਸਰੂਪ ਦੇ ਵਿੱਚ ਕੁਝ ਊਣਤਾਈਆਂ ਨੇ। ਉੱਥੇ ਅਕਾਲ ਤਖਤ ਸਾਹਿਬ ਦੇ ਮੈਂਬਰ ਵੀ ਆਏ ਸੀ, ਪ੍ਰਚਾਰਕ ਮੈਂਬਰ ਵੀ ਉੱਥੇ ਆਏ ਸੀ। ਉੱਥੇ ਇਸ ਮੁੱਦੇ ਨੂੰ ਲੈ ਕੇ ਕਿਸ ਤਰੀਕੇ ਨਾਲ ਗੱਲਬਾਤ ਹੋਈ ਫਿਰ? ਉਹਨਾਂ ਨੇ, ਜੋ ਪ੍ਰਚਾਰਕ ਆਏ ਸੀ, ਉਹਨਾਂ ਨੇ ਕਿਹਾ ਵੀ ਇਹੋ ਜਿਹੇ ਬਹੁਤ ਸਾਰੇ ਪੁਰਾਤਨ ਹੱਥ ਲਿਖਤ ਗ੍ਰੰਥ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਕੁਝ ਊਣਤਾਈਆਂ ਨੇ, ਕੁਝ ਲਗਾ ਮਾਤਰਾ ਦਾ ਫਰਕ ਹੈ ਜਾਂ ਹੋਰ ਹੈ। ਤੇ ਉਹਨਾਂ ਨੇ ਕਿਹਾ ਵੀ ਇਹ ਪੰਥ ਦਾ ਸਰਮਾਇਆ ਪੁਰਾਤਨ ਦਸਤਾਵੇਜ਼ ਹੈ, ਇਹ ਕਿਸੇ ਵੱਲੋਂ ਤਿਆਰ ਤਾਂ ਕੀਤਾ ਨਹੀਂ ਗਿਆ ਔਰ ਨਾ ਹੀ ਇਹਦਾ ਕੋਈ ਕਿਹਾ ਜਾ ਸਕਦਾ ਵੀ ਕਿਹਨੇ ਬਣਾਇਆ, ਕਦੋਂ ਇਹਦੀ ਰਚਨਾ ਕੀਤੀ ਗਈ, ਇਹਦੇ ਬਾਰੇ ਵੀ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਤੇ ਉਹਨਾਂ ਨੇ ਕਿਹਾ ਵੀ ਇਹ ਪੁਰਾਤਨ ਦਸਤਾਵੇਜ਼ ਨੇ, ਇਹਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਸਾਰੇ ਲੋਕ ਜੋ ਸਕੋਲਰ ਨੇ, ਜਿਹੜੇ ਇਹਦੇ ਤੋਂ ਵਿਦਿਆ ਲੈਣੀ ਚਾਹੁੰਦੇ ਨੇ ਜਾਂ ਇਹਦੇ 'ਤੇ ਖੋਜ ਕਰਨੀ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਬੜਾ ਵੱਡਾ ਖਜ਼ਾਨਾ ਹੈ। ਔਰ ਇਹੋ ਜਿਹੇ ਖਜ਼ਾਨੇ ਪੰਥ ਦੇ ਪਾਸ ਪਹਿਲਾਂ ਵੀ ਬਹੁਤ ਮੌਜੂਦ ਨੇ। ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਟਾ ਕਰ ਦਿਓ। ਤਾਂ ਉੱਥੇ ਪਰਿਵਾਰ ਨੇ ਗੱਲ ਕਹੀ ਵੀ ਇਹ ਸਾਡੇ ਸੀਨਾ ਬਸੀਨਾ ਸਾਡੇ ਕੋਲ ਚੱਲਿਆ ਆ ਰਿਹਾ, ਤੇ ਸੀਨਾ ਬਸੀਨਾ ਸਾਡੇ ਕੋਲੇ ਚੱਲਿਆ ਆ ਰਿਹਾ। ਬਹੁਤ ਸਾਰੇ ਇਹੋ ਜਿਹੇ ਇਤਿਹਾਸਕ ਦਸਤਾਵੇਜ਼ ਹੋਰ ਲੋਕਾਂ ਪਾਸ ਵੀ ਬਹੁਤ ਮੌਜੂਦ ਨੇ। ਤੇ ਕਿਤੇ ਇਹ ਗੱਲ ਸਾਹਮਣੇ ਨਾ ਆ ਜਾਵੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਇਹਨਾਂ ਨੂੰ ਲੈ ਗਏ, ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਪਰਿਵਾਰ ਨੇ ਕਿਹਾ ਵੀ ਇਹ ਸਰੂਪ ਸਾਨੂੰ ਦੇ ਦਿੱਤਾ ਜਾਵੇ, ਤੇ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਇਹਦੇ 'ਤੇ ਹੁਕਮ ਕਰਨਗੇ ਪਰਿਵਾਰ ਉਸ ਹੁਕਮ ਦਾ ਪਾਬੰਦ ਹੋਵੇਗਾ। ਬਹੁਤ ਸਾਰੇ ਪਰਿਵਾਰ ਹੋਰ ਵੀ ਹੈਗੇ ਨੇ। ਇਹ ਤੁਹਾਡੀ ਇੱਕ ਉਪਲਬਧੀ ਹੈ ਕਿ ਤੁਸੀਂ ਇਸ ਪਰਿਵਾਰ ਨੂੰ ਸਰੂਪ ਵਾਪਸ ਕੀਤਾ। ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਘਰੋਂ ਸਤਿਕਾਰ ਕਮੇਟੀ ਵਾਲੇ ਸਰੂਪ ਲੈ ਗਏ ਸੀ। ਹੁਣ ਅੱਗੋਂ ਵੀ ਅਜਿਹੇ ਕੋਈ ਉਪਰਾਲੇ ਕਰੋਗੇ ਜਿਹੜੇ ਪਰਿਵਾਰਕ ਮੈਂਬਰ ਸਰੂਪ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ, ਉਹਨਾਂ ਦੇ ਨਾਲ ਖੜੇ ਹੋਵੋਗੇ? ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਿਆ ਵੀ ਕਿਸੇ ਨੂੰ ਵੀ ਸਰੂਪ ਲਿਆਉਣ ਦੀ ਕੋਈ ਆਗਿਆ ਨਹੀਂ। ਤੇ ਸਾਡਾ ਫਰਜ਼ ਬਣਦਾ ਬਤੌਰ ਸਿੱਖ ਸਾਰਿਆਂ ਦਾ ਹੀ ਵੀ ਅਸੀਂ ਹਰੇਕ ਦੇ ਘਰੇ 'ਚ ਮਰਿਆਦਾ ਲਾਗੂ ਕਰਵਾਈਏ, ਤੇ ਹਰੇਕ ਦਾ ਫਰਜ਼ ਬਣਦਾ ਵੀ ਉਹਦੀ ਉਸੇ ਤਰ੍ਹਾਂ ਹੀ ਸੇਵਾ ਸੰਭਾਲ ਕੀਤੀ ਜਾਵੇ ਔਰ ਅਸੀਂ ਵੱਧ ਤੋਂ ਵੱਧ ਸਿੱਖਾਂ ਨੂੰ ਨਾਲ ਜੋੜਿਆ ਜਾਵੇ। ਅਜਿਹਾ ਸਾਨੂੰ ਯਤਨ ਕਰਨਾ ਚਾਹੀਦਾ, ਚਾਹੇ ਉਹ ਸਤਿਕਾਰ ਕਮੇਟੀ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਆਮ ਸਿੱਖ ਹੋਣ। ਔਰ ਇਹਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚੇਅਰਮੈਨ ਸਰਪ੍ਰਸਤ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ, ਉਹਨਾਂ ਨੇ ਵੀ ਬੜਾ ਰੋਲ ਅਦਾ ਕੀਤਾ। ਉਹਨਾਂ ਨੇ ਵੀ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ, ਤੇ ਅਸੀਂ ਇਹੀ ਚਾਹਾਂਗੇ ਫੈਡਰੇਸ਼ਨ ਦੇ ਪੈਨਲ ਤੋਂ ਵੀ ਜਿੱਥੇ ਕਿਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਉਹ ਕਿਸੇ ਕੋਲੋਂ ਵੀ ਨਾ ਚੱਕੇ ਜਾਣ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ।
ਸੋ ਇਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ, ਕਿਉਂਕਿ 4 ਸਾਲ ਬਾਅਦ ਜੋ ਪੁਰਾਤਨ ਸਰੂਪ ਸੀ ਉਹ ਅੱਜ ਇਸ ਪਰਿਵਾਰ ਨੂੰ ਸਤਿਕਾਰ ਕਮੇਟੀ ਵੱਲੋਂ ਵਾਪਸ ਕਰ ਦਿੱਤਾ ਗਿਆ ਹੈ ਅਤੇ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਹੋਣਾ ਵੱਲੋਂ ਇਸ ਮਾਮਲੇ ਦੇ ਵਿੱਚ ਅੱਗੇ ਹੋ ਕੇ ਕਾਰਵਾਈ ਕੀਤੀ ਗਈ ਅਤੇ ਅੱਜ ਇਹ ਸਰੂਪ ਇਸ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਅਤੇ ਇਸੇ ਘਰ ਦੇ ਵਿੱਚ ਇਹ ਸਰੂਪ ਵਿਰਾਜਮਾਨ ਕਰ ਦਿੱਤਾ ਗਿਆ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।